ਤਹਿਰ ਭਾਈ ਪਤਾ ਗੱਲ ਕੀ ਹੈ ਹੁਣ ਭਾਈ ਅਗਰ ਆਸਫ ਸਾਹਿਬ ਰੋਕਣ ਤੇ ਸਾਡੇ ਨਜ਼ਦੀਕ ਸਫੀਰ ਨੂੰ ਬਿਲਕੁਲ ਤੁਹਾਡਾ ਇਤਜਾਜ ਜਾਇਜ਼ ਹੈ, ਲੇਕਿਨ ਉਸ ਦਾ ਗੁਸਤਾਖੀ ਦਾ ਇੱਕ ਤਰੀਕਾਕਾਰ ਹੈ। ਜਿਹੜਾ ਤਰੀਕਾਕਾਰ ਤੁਸੀਂ ਅਪਣਾਇਆ ਨਾ ਉਸ ਨੂੰ ਰੋਕਣੇ ਦਾ ਗੁਸਤਾਖੀ ਨੂੰ, ਉਹ ਤਰੀਕਾਕਾਰ ਨਹੀਂ ਠੀਕ ਹੈ। ਠੀਕ ਹੈ, ਮਤਲਬ ਹੈ ਕਿ ਤੁਸੀਂ ਆਪਣੇ ਮੁਲਕ 'ਚ ਇੱਕ ਮਿੰਟ ਤੁਸੀਂ ਆਪਣੇ ਮੁਲਕ 'ਚੋਂ ਇਸ ਨੂੰ ਇੰਟਰਨੈਸ਼ਨਲ ਲੈਵਲ ਤੇ ਰੋਕਣਾ ਚਾਹੀਦਾ ਹੈ। ਗੁਸਤਾਖੀ ਬਿਲकुल ਕਾबिल कबूल नहीं जनाब सामा भाई ਅਸੀਂ तहरीक ਦੇ ਖਿਲਾਫ ਨਹੀਂ ਕਰ ਰਹੇ, ਸਿਰਫ ਲੋਕਾਂ को तहरीक ਅਸੀਂ तहरीक ਦੇ ਖਿਲਾਫ ਨਹੀਂ ਕਰ ਰਹੇ, ਅਸੀਂ ਗੁਫ਼ਤਗੂ ਕਰ ਰਹੇ ਹਾਂ ਜਨਾਬ। ਸਾਨੂੰ ਕੋਈ ਜ਼ਰੂਰਤ ਨਹੀਂ तहरीक ਦੇ ਖਿਲਾਫ, ਜਿੱਥੇ ਸਾਡਾ ਹੱਕ ਹੈ ਤਨਕੀਦ ਕਰਨ ਦਾ, ਸਿਆਸੀ ਜਮਾਤ ਉਹਦੀ ਤਨਕੀਦ ਹੋਣੀ ਹੈ। ਕਿਉਂ ਜਿਸ ਤਰ੍ਹਾਂ ਤੁਸੀਂ ਜਾਇਜ਼ ਤਨਕੀਦ ਕਰਦੇ ਹੋ, ਹਰ ਬੰਦਾ ਤਨਕੀਦ ਕਰ। ਨਹੀਂ ਸਮਾਂ ਭਾਈ ਐਸੀ ਕੋਈ ਗੱਲ ਨਹੀਂ ਹੈ। ਦੇਖੋ ਗੱਲਾਂ ਦੇ ਵਿੱਚੋਂ ਇਨਸਾਨ ਦੀ ਇਸਲਾਹ ਹੁੰਦੀ ਹੈ, ਜਿਹੜੀ ਚੀਜ਼ ਨੂੰ ਇਨਸਾਨ ਐਕਸੈਪਟ करे ਉਹ ਕਰ ਲੈਣਾ ਚਾਹੀਦਾ। ਠੀਕ ਹੈ, ਮੈਂ ਇਸ ਚੀਜ਼ ਦਾ ਕਾਇਲ ਨਹੀਂ। ਅਸੀਂ तहरीक ਦੇ ਖਿਲਾਫ ਨਹੀਂ ਕਿਸੇ ਨੂੰ ਕਰਦੇ ਵੀ ਜਨਾਬ। तहरीक ਦੇ ਖਿਲਾਫ ਕਰਨ ਤੋਂ ਇਹ ਮੁਰਾਦ ਹੁੰਦਾ ਕਿ ਅਸੀਂ ਕਿਸੇ ਨੂੰ ਕਹੀਏ ਜੀ ਤੁਸੀਂ तहरीक ਨੂੰ ਵੋਟ ਨਾ ਪਾਇਓ, ਠੀਕ ਹੈ, ਉਹ ਹੁੰਦਾ तहरीक ਨੂੰ ਖਿਲਾਫ ਕਰਨ ਤੇ। ਅਸੀਂ तहरीक ਦੇ ਖਿਲਾਫ ਨਹੀਂ, तहरीक ਆਪਣਾ ਸਿਆਸੀ ਸਟਰਗਲ ਕਰਦੀ, ਉਹ ਕਰਦੀ ਰਹੇ, ਠੀਕ ਹੈ। ਜਿਨ੍ਹਾਂ ਨੂੰ ਲੱਗਦਾ ਉਹਨਾਂ ਦਾ ਮਨਸ਼ੂਰ ਬੈਸਟ ਉਹ ਵੋਟ ਕਾਸਟ ਕਰਨ, ਜਿਨ੍ਹਾਂ ਨੂੰ ਲੱਗਦਾ ਖਾਨ ਦਾ ਬੈਸਟ ਉਹਨੂੰ ਵੋਟ ਕਾਸਟ ਕਰਨ, ਜਿਨ੍ਹਾਂ ਨੂੰ ਲੱਗਦਾ ਨੂਨ ਦਾ ਉਹਨਾਂ ਨੂੰ ਕਰਨ। ਇਹ ਸਿਆਸੀ ਰਾਈਟ ਹੈ ਹਰ ਬੰਦੇ ਦਾ ਪਾਕਿਸਤਾਨੀ ਹੋਣ ਦੇ ਨਾਤੇ। ਹੁਣ ਮੈਕਰੋਨ ਨਾਲ ਉਹਨੇ ਜੱਫੀ ਪਾਈ, ਉਹਨੇ ਪ੍ਰਾਈਮ ਮਿਨਿਸਟਰ ਨੇ, ਠੀਕ ਹੈ ਜੀ, ਉਹ ਲਾਂਤੀ ਨਾਲ ਗਲੇ ਮਿਲਿਆ। ਤੁਸੀਂ ਇਹ ਤੁਹਾਡਾ ਦਰਦ ਸਮਝ ਸਕਦੇ ਆ ਸਰ, ਸਲਾਹ ਬਾਕੀ ਕਿਸੇ ਜਮਾਤ ਤੇ ਨਹੀਂ ਕਰ ਸਕਦੇ। ਚਲੋ ਜੀ, ਸਾਡਾ ਦਰਦ ਤੁਸੀਂ ਸਮਝਦੇ ਹੋ ਤੇ ਫਿਰ ਚੰਗੀ ਗੱਲ ਹੈ। ਅਗਰ ਦਰਦ ਕੋਈ ਸਮਝੋ ਸਾਡਾ ਤੇ ਬਹੁਤ ਅੱਛੀ ਗੱਲ ਹੈ ਜਨਾਬ, ਸਮਝਦੇ ਹੋ ਕਿ ਨਹੀਂ। ਪਾਵਰਫੁੱਲ ਜਿਹੜਾ ਬੰਦਾ ਆਪੋਜੀਸ਼ਨ ਦੇ ਵਿੱਚ ਹੈ ਨਾ, ਜਦੋਂ ਤੁਸੀਂ ਕਹਿੰਦੇ ਆ ਕਿ ਬਈ ਉਹ ਤੇ 25 ਕਿਲੋਮੀਟਰ ਦਾ ਵਜ਼ੀਰ ਆਜ਼ਮ ਤੇ ਜੱਫੀਆਂ ਪਾਉਣ ਡਿਆ ਮੈਕਰੋਨ ਦੇ ਨਾਲ, ਤੇ ਯਾਰ ਤੁਹਾਡੀ ਇਤਨੀ ਮਜ਼ਬੂਤ ਯਾਨੀ ਕਿ ਜਮਾਤ ਹੈਗੀ ਹੈ, ਤੇ ਫਿਰ ਤੁਸੀਂ ਕਹਿੰਦੇ ਉਹਨੇ ਨਬੀ ਪਾਕ ਦੀ ਤਕਰੀਰ ਉੱਥੇ ਕੀਤੀ UN ਦੇ ਵਿੱਚ, ਤੇ ਫਿਰ ਤੁਹਾਡਾ ਉਹਦੇ ਉੱਤੇ ਕੀ ਰੱਦ ਅਮਲ ਹੈ? ਕੁਝ ਵੀ ਨਹੀਂ ਹੈ, 0/0। ਤੁਸੀਂ ਤੇ ਕੁਰਸੀ ਵਜਾਣ ਡੇ ਤੇ ਘਰ ਵਜਾਣ ਡੇ, ਉਹਨੂੰ ਤਾਂ ਆਰਡਰ ਅਸੀਂ ਤੇ ਪਹਿਲੇ ਹੀ ਉਹਨੂੰ ਗਰਦਾਰ ਕਹਿ ਦਿੱਤਾ ਜਦੋਂ ਹੈ ਹੀ ਉਹ ਗਰਦਾਰ ਨੇ। ਨਹੀਂ ਤਾਂ ਤਹਿਰ ਭਾਈ ਉਹ ਤਾਂ ਤੁਸੀਂ ਦੱਸੋ ਕਿ ਇਮਰਾਨ ਖਾਨ ਸਾਹਿਬ ਕੀ ਕਰਨ, ਤੁਸੀਂ ਦੱਸੋ ਕੀ ਕਰਨ, ਯਾਨੀ ਕਿ ਉਹਦੇ ਉੱਤੇ ਇੱਕ ਮਿੰਟ ਜ਼ਰਾ ਸੁਣ ਲਓ, ਉਹਨੂੰ ਵਜ਼ੀਰ ਆਜ਼ਮ ਹਟਾ ਸਕਦੇ ਨੇ ਇਤਨੇ ਵੱਡੇ ਬੰਦੇ ਦੀ। ਸਰ ਸਟੇਟਮੈਂਟ ਅਗਲੇ ਦਿਨ ਵੀ ਇਹ ਗੱਲ ਤੈਅ ਹੋਈ ਸੀ ਕਿ ਸਟੇਟਮੈਂਟ ਦੇਣ ਦੇ ਨਾਲ ਬਿਲ ਫਰਜ਼ ਖਾਨ ਇੱਕ ਸਟੇਟਮੈਂਟ ਦੇ ਹਟਦਾ ਕਿ ਇਹ ਜਿਹੜਾ ਉਹਨੂੰ ਮਿਲਿਆ ਇਹਨੂੰ ਨਹੀਂ ਸੀ ਮਿਲਣਾ ਚਾਹੀਦਾ। ਉਹਦਾ ਕੀ ਰਿਐਕਸ਼ਨ ਆਏਗਾ? ਕੋਈ ਉਹ ਵਜ਼ਾਰਤ ਉਜ਼ਮਾ ਉਹਦੀ ਖਤਮ ਹੋ ਜਾਣੀ। ਕੁਰਸੀ ਫਿਰ ਇਸ ਟਾਈਮ ਫਿਰ ਕੁਰਸੀ ਦਾ ਜਾਂ ਜਲਸਿਆਂ ਦਾ ਰੋਣਾ ਰੱਪਣਾ ਨਹੀਂ ਹੋਣਾ ਚਾਹੀਦਾ। ਇਸ ਟਾਈਮ ਸਭ ਤੋਂ ਪਹਿਲਾਂ ਨਬੀ ਪਾਕ ਦੀ ਜ਼ਾਤ ਹੈ, ਠੀਕ ਹੈ ਸਰ। ਇਹਦੇ ਮਾਮਲੇ 'ਚ ਰਲ ਕੇ ਇਤਜਾਜ ਕਰਨ ਰੋਡ ਦੇ ਉੱਤੇ ਪਤਾ ਲੱਗਿਆ ਜੀ ਸਰ ਉਹਦਾ ਕੋਈ ਤਰੀਕਾਕਾਰ ਹੈ, ਜਦੋਂ ਪ੍ਰੈਸ਼ਰ ਜਨਾਬ ਉਹਦਾ ਤਰੀਕਾਕਾਰ ਹੈ ਕਿ ਉਹ ਪ੍ਰੈਸ਼ਰ ਬਿਲਡ ਕਰਦਾ ਪਿਆ ਕਿ ਮੈਂ ਆਉਣ ਵਾਲੇ ਵਕਤ 'ਚ ਇਹਨਾਂ ਨੂੰ ਇਕਤਦਾਰ 'ਚ ਨਾ ਆਉਣ ਦੇਵਾਂ। ਅਗਰ ਹੁਣ ਉਹ 2-4 ਕਲਮੇ ਕਹਿ ਵੀ ਦੇਗਾ ਤਾਂ ਕੀ ਉਹਦਾ ਫਾਇਦਾ? ਫਿਰ ਤੁਸੀਂ ਕਹਿਣਾ ਸਿਆਸੀ ਟੱਚ ਦੇ ਲਿਆ ਜੀ। ਦੇਖੋ ਨਹੀਂ ਸੌਰੀ ਮਜ਼ਹਬੀ ਟੱਚ ਦੇ ਲਿਆ। ਮਜ਼ਹਬੀ ਟੱਚ ਨਹੀਂ ਗੱਲ ਮੈਂ ਕਰ ਰਿਹਾ, ਇਹ ਗੱਲ ਅਗਰ ਤੁਸੀਂ ਇਸ ਚੀਜ਼ ਨਾਲ ਯਾਨੀ ਮਨਸੂਬ ਕਰਕੇ ਕਰਦੇ ਹੋ ਨਾ ਕਿ ਵੀ ਉਹਨੇ ਇਸ ਗੱਲ ਦੇ, ਮੈਂ ਇਸ ਚੀਜ਼ ਦੇ ਖਿਲਾਫ ਨਹੀਂ ਆਇਆ ਕਿ ਬਈ ਨਹੀਂ ਇਮਰਾਨ ਖਾਨ ਸਾਹਿਬ ਨੇ ਅਗਰ ਇਸ ਚੀਜ਼ ਦੀ ਮਜ਼ਮਤ ਹੀ ਰੈਲੀ ਕੱਢੀ ਹੈ ਨਾ ਕਿ ਨਹੀਂ ਜੀ ਨਹੀਂ ਅਸੀਂ ਇਹਨੇ ਹੁਣ ਸਫੀਰ ਨੂੰ ਮਿਲ ਲਿਆ, ਪਹਿਲੇ ਸਾਨੂੰ ਨਬੀ ਪਾਕ ਵਾਲਾ ਮਾਮਲਾ ਹੈਗਾ, ਉਸ ਤੋਂ ਬਾਅਦ ਸਾਡੀ ਕੁਰਸੀ ਆਏਗੀ, ਅਸੀਂ ਇਹਨੂੰ ਜ਼ਰਾ ਇਹਦਾ ਜਵਾਬ ਦਈਏ, ਪ੍ਰੈਸ਼ਰ ਬਿਲਡ ਕਰੀਏ। ਕੀ ਜਵਾਬ ਦੇ ਸਕਦੇ ਉਹ ਤੇ ਪੁੱਛਨੇ ਆਪੇ, ਉਹਦੀ ਰੈਲੀ ਕੱਢ ਕੇ ਕੀ ਕਰ ਲੇਗਾ? ਕੋਈ ਰੱਦ ਅਮਲ ਹੈ ਸਰ, ਕੀ ਕਰ ਕੀ ਸਕਦਾ ਮੈਨੂੰ ਦੱਸੋ ਨਾ। ਕਿ ਰੈਲੀ ਅੱਗੇ ਇੰਨੇ ਉਹਨੇ ਧਰਨੇ ਦਿੱਤੇ ਨੇ, ਇੰਨੇ ਉਹਨੇ ਜਲਸੇ ਕੀਤੇ ਨੇ ਸਿਆਸੀ, ਉਹਦਾ ਕੋਈ ਰਿਐਕਸ਼ਨ ਉਹਨਾਂ ਤੇ ਪਿਆ? ਕੁਝ ਵੀ ਨਾ। ਅਗਰ ਇੱਕ ਬਿਲ ਫਰਜ਼ ਇਸ ਨਾਂ ਤੇ ਵੀ ਕਰ ਲੇਗਾ ਤਾਂ ਕੀ ਰਿਐਕਸ਼ਨ ਹੋਣਾ? ਕੋਈ ਉਹਦੇ ਕੋਲੋਂ ਮੁਤਾਲਬਾ ਕੀਤਾ ਜਾ ਕੇ ਅਸਤੀਫਾ ਦੇ ਦੇ, ਉਹ ਅਸਤੀਫਾ ਦੇਗਾ। ਇਹ ਤੇ ਹੈ ਆਸਫ ਭਾਈ, ਦੂਸਰਾ ਲਾਇਆ ਅਮਲ ਵੀ ਉਹ ਕੀ ਕਰੇਗਾ? ਤੁਸੀਂ ਨਿਕਲੋ ਤਾਂ ਸਹੀ, ਨਿਕਲੇ ਹੈ ਨਹੀਂ। ਦੂਸਰਾ ਲਾਇਆ ਅਮਲ ਸਿਰਫ ਇਲੈਕਸ਼ਨ ਕਰੀਬ TLP ਤੇ ਪਾਉਣਾ ਹੈ। ਚਲੋ ਉਹ ਜਨਾਬ ਅਸੀਂ ਨਹੀਂ TLP ਤੇ ਪਾਇਆ, TLP ਤੇ ਇਸ ਵਾਸਤੇ ਪਾਇਆ ਕਿ ਤੁਹਾਡਾ ਜਿਹੜੀ ਟੋਟਲ ਤੁਹਾਡੀ ਬੇਸ ਹੈ ਨਾ ਉਹ ਸਾਰੀ ਉੱਥੋਂ ਸ਼ੁਰੂ ਹੋਈ ਤੇ ਉੱਥੇ ਖਤਮ ਹੋ ਗਈ। ਤੇ ਜਦੋਂ ਮੇਜਰ ਮਾਮਲਾ ਆਇਆ ਤੁਸੀਂ ਉਹਦੇ ਤੇ ਇੱਕ ਵਾਰੀ ਵੀ ਨਾ ਮਸਾਂ ਕਿ ਇhtਜਾਜ ਕੀਤਾ ਕਿ ਯਾਰ ਅਸੀਂ ਇhtਜਾਜ ਫਕਤ ਹੋਰ ਕਿਸੇ ਮਾਮਲੇ 'ਚ ਨਹੀਂ ਕਰ ਰਹੇ, ਅਸੀਂ ਕੌਮ ਨੂੰ ਗਾਹ ਕਰ ਰਹੇ ਹਾਂ ਕਿ ਇਹ ਬੰਦਾ। अब्दुल्ला भाई ने एक मिनट, अब्दुल्ला भाई तले लिख रहे हैं शहबाज शरीफ पर जो कुफर का फतवा लगाया वो फतवा किधर है? एक मिनट, इन्हें 3-4 बार यही है लेकिन मेंशन करके जवाब दिता। और भाई उन्हें जिम्मे ने तकलीफ की साथ भाई ने उन्होंने कहा ਜਿਹੜਾ ਗੁਸਤਾਖੇ ਰਸੂਲ ਦਾ ਹਾਮੀ ਹੈ ਉਹ ਪੱਕਾ ਹਰਾਮੀ ਹੈ, ਠੀਕ ਹੈ। ਉਹ ਵੀ ਉਸੇ ਜ਼ੁਮਰੇ ਦੇ ਵਿੱਚ ਆਉਂਦਾ, ਕੁਫਾਰ ਦੇ ਜ਼ੁਮਰੇ ਦੇ ਵਿੱਚ। ਉਹਨਾਂ ਨੇ ਯਾਨੀ ਕਿ ਇਸ ਤਰ੍ਹਾਂ ਇੱਕ ਬਿਆਨੀਆ ਜਾਰੀ ਕੀਤਾ, ਨਾ ਕਿ ਉਹਨਾਂ ਨੇ ਉਹ ਫਤਵਾ ਲਾ ਕੇ ਕਾਪੀਆਂ ਲੈ ਕੇ ਨਹੀਂ ਉਹ ਫਤਵਾ ਤਾਂ ਨਹੀਂ ਲੈ ਕੇ ਉੱਥੇ ਪਹੁੰਚ ਗਏ। ਉਹਨਾਂ ਨੇ ਬਿਆਨੀਆ ਜਾਰੀ ਕੀਤਾ ਤੇ ਹੁਣ ਇੱਕ ਬੰਦਾ ਜਿਹੜਾ ਸਿਆਸੀ ਬਿਆਨੀ ਹੈ ਨਾ ਤੈਰ ਭਾਈ, ਸਿਆਸੀ ਬਿਆਨੀਆ ਫਤਵਾ ਨਹੀਂ ਕਹਿਣਾ ਚਾਹੀਦਾ। ਫਤਵੇ ਤੇ ਸਿਆਸੀ ਬਿਆਨੀ ਬੜਾ ਫਰਕ ਹੈ। ਫਤਵਾ ਰਿਟਰਨ 'ਚ ਹੁੰਦਾ ਤੈਰ ਭਾਈ, ਫਤਵਾ ਰਿਟਰਨ 'ਚ ਹੁੰਦਾ। वो को नाम मुखालफत तो होते बयान देता है। भाई आए ने आसफ भाई, अस्सलाम वालेकुम जी, वालेकुम सलाम जी। बयान देता कि वो बंदा इस तरह जी रशीद भाई जी मैं कहना चाहना कि मेरा ख्याल है कि थोड़ी जी जी है ना
ਇਹਨਾਂ 'ਚ ਕਨਫਿਊਜ਼ਨ ਹੈ ਕਿ ਇਤਜਾਜ ਜਿਹੜਾ ਹੈ ਨਾ ਜਾਂ ਕਿਸੇ ਚੀਜ਼ ਮਸਲਨ ਸਫੀਰ ਨੂੰ ਕੱਢਣ ਦਾ ਜਿਹੜਾ ਮਾਮਲਾ ਹੈ, ਮੇਰਾ ਖਿਆਲ ਹੈ ਇਹ ਇਸ ਮਾਮਲੇ 'ਚ ਥੋੜ੍ਹਾ ਜਿਹਾ ਇਹਨਾਂ ਨੂੰ ਕਨਫਿਊਜ਼ਨ ਸੀ ਕਿ ਇਹਨੂੰ ਕਿਸ ਤਰ੍ਹਾਂ ਹੈਂਡਲ ਕੀਤਾ ਜਾਏ ਨਾ। ਇਤਜਾਜ ਕੀਤਾ ਉਹ ਠੀਕ ਹੈ, ਲੇਕਿਨ ਵੇਖੋ ਇੱਕ ਇਤਜਾਜ ਸਾਡਿਆਂ ਹੁੰਦਾ ਹੈ ਕਿ ਉਹ ਇੱਕ ਰਵਾਇਤ ਬਣ ਗਈ ਹੈ ਕਿ ਕੋਈ ਕੰਮ ਇਹਨਾਂ ਸੜਕਾਂ ਤੇ ਆਏ ਬਗੈਰ ਨਹੀਂ ਹੁੰਦਾ, ਲੇਕਿਨ ਉਹ ਕੰਮ ਹੁੰਦੇ ਨੇ ਲੋਕਲ, ਮਸਲਨ ਕਲਰਕਾਂ ਨੂੰ ਤਨਖਾਹ ਵਧਾਉਣੀ ਹੈ ਤੇ ਉਹ ਆ ਗਏ ਸੜਕ ਤੇ ਹੁਕੂਮਤ ਤੇ ਆਪਣੇ ਕਲਰਕਾਂ ਜਾਂ ਆਪਣੇ ਮਹਿਕਮਿਆਂ ਨਾਲ ਇੱਕ ਮਾਮਲਾ ਹੁੰਦਾ, ਉਹਦੇ 'ਚ ਹੁਕੂਮਤ ਫਿਰ ਵੀ ਕੰਪਰੋਮਾਈਜ਼ ਕਰ ਜਾਂਦੀ ਹੈ। ਲੇਕਿਨ ਇਹ ਮਾਮਲਾ ਤੁਸੀਂ ਵੇਖੋ ਨਾ ਮੁਖਤਲਿਫ ਸੀ। ਤੁਸੀਂ ਬੈਨ ਅਲ-ਅਕਵਾਮੀ ਮਾਮਲਾਤ ਅਗਰ ਸੜਕਾਂ 'ਤੇ ਆ ਕੇ ਆਪਣਾ ਮਤਲਬ ਗੌਰਮੈਂਟ 'ਤੇ ਇੱਕ ਪੇਸ਼ ਕਰੋਗੇ ਕਿ ਭਈ ਅਸੀਂ ਸੜਕ 'ਤੇ ਆਵਾਂਗੇ ਅਤੇ ਸਾਡੀ ਗੌਰਮੈਂਟ ਆਪਣੇ ਇੰਟਰਨੈਸ਼ਨਲ ਮਾਮਲਾਤ ਸਾਡੇ ਤਰੀਕੇ ਜਾਂ ਸਾਡੇ ਮੁਤਾਲਬੇ ਦੇ ਮੁਤਾਬਿਕ ਚਲਾਏ, ਅਤੇ ਉਹ ਉਸ ਤਰ੍ਹਾਂ ਨਹੀਂ ਹੋ ਸਕਦਾ। ਉਹ ਇਹ ਤੇ ਗੱਲ ਤੇ ਨਹੀਂ ਨਾ ਕਿ ਕਿਸੇ ਮਹਿਕਮੇ ਦੀ ਤਨਖਾਹ ਵਧਾਉਣੀ ਹੈ, ਠੀਕ ਹੈ। ਮਹਿਕਮੇ ਦੀ ਤਨਖਾਹ ਆਪਣੇ ਮੁਲਕ ਦਾ ਅੰਦਰੂਨੀ ਮਾਮਲਾ ਹੈ। ਜਿਸ ਟਾਈਮ ਤੁਸੀਂ ਕਿਸੇ ਦਾ ਸਫੀਰ ਕੱਢਣਾ ਹੈ, ਕਿਸੇ ਮੁਲਕ ਨਾਲ ਸਫਾਰਤੀ ਤਾਲੁਕਾਤ ਖ਼ਤਮ ਕਰਨੇ ਨੇ ਜਾਂ ਤਜਾਰਤ ਖ਼ਤਮ ਕਰਨੀ ਹੈ, ਤੇ ਉਹ ਕਿਸੇ ਇੱਕ ਪਾਰਟੀ ਜਾਂ ਇੱਕ ਗਰੋਹ ਦੇ ਕਹਿਣੇ ਦੇ ਨਾਲ ਨਹੀਂ ਹੋ ਸਕਦੇ। ਇਸ ਤਰ੍ਹਾਂ ਦੇ ਕੱਲ੍ਹ ਇੱਕ ਦੂਸਰਾ ਗਰੋਹ ਆ ਜਾਏ ਕਿ ਬਈ ਤੁਸੀਂ ਹੁਣ ਇੰਡੀਆ ਨਾਲ ਤਜਾਰਤ ਬੰਦ ਕਰ ਦਿਓ, ਅੱਜ ਮੇਰਾ ਦਿਲ ਨਹੀਂ ਪਿਆ ਕਰਦਾ ਇੰਡੀਆ ਨਾਲ ਸਾਡੀ ਦੁਸ਼ਮਣੀ ਜ਼ੋਰ ਪਕੜ ਗਈ ਹੈ, ਤੇ ਕੱਲ੍ਹ ਇੱਕ ਗਰੋਹ ਆ ਜਾਏ ਜਾਂ ਇੱਕ ਪਾਰਟੀ ਆ ਉਹ ਕਹੇ ਜੀ ਹੁਣ ਤਜਾਰਤ ਸਾਡੇ ਕਹਿਣੇ 'ਤੇ ਬੰਦ ਕਰ ਦਿਓ, ਕੱਲ੍ਹ ਇੱਕ ਹੋਰ ਪਾਰਟੀ ਆ ਉਹ ਕਹੇ ਫਲਾਣੇ ਮੁਲਕ ਨਾਲ ਰਾਬਤੇ ਬੰਦ ਕਰ ਦਿਓ, ਤੇ ਉਹ ਚੀਜ਼ 'ਚ ਤੇ ਇਹਦੇ 'ਚ ਫ਼ਰਕ ਹੋਣਾ ਚਾਹੀਦਾ ਨਾ, ਜਾਂ ਫ਼ਰਕ ਹੈ। ਇਹੀ ਵਜ੍ਹਾ ਕਿ ਉਹ ਚੀਜ਼ ਇਹਨਾਂ ਦੀ ਕਾਮਯਾਬ ਨਹੀਂ ਹੋ ਸਕੀ ਜਾਂ ਗੌਰਮੈਂਟ ਸ਼ਾਇਦ ਨਹੀਂ ਮੰਨ ਸਕੀ ਇਹਨਾਂ ਦੀ ਗੱਲ। ਮੇਰਾ ਤੇ ਇਹ ਨਜ਼ਰੀਆ। ਬਾਕੀ ਤੁਹਾਡੇ ਇਸ ਥੋੜਾ ਜਿਹਾ ਫਰਕ ਹੈ ਭਾਈਜਾਨ, ਜਿਹੜਾ ਇਹ ਤੁਸੀਂ ਕਰਦੇ ਪਏ ਤਜਾਰਤ ਵਾਲਾ ਤੇ ਗੁਸਤਾਖੀ ਵਾਲਾ, ਇਹਦਾ ਜ਼ਮੀਨ ਅਸਮਾਨ ਦਾ ਫਰਕ ਹੈ। ਇਹ ਮੈਂ ਉਸ ਤੈਰ ਸਾਹਿਬ ਦੀ ਹਮਾਇਤ ਕਰਦਾ, ਲੇਕਿਨ ਉਸ ਦਾ ਤਰੀਕਾਕਾਰ ਹੋਏ, ਠੀਕ ਹੈ। ਜਿਹੜਾ ਉਹਦਾ ਤਰੀਕਾਕਾਰ ਹੈ ਇਹ ਮਤਲਬ ਹੈ ਉਹ ਇੰਟਰਨੈਸ਼ਨਲ ਲੈਵਲ ਤੇ ਉਸ ਗੁਸਤਾਖੀ ਨੂੰ ਮਤਲਬ ਹੈ ਇਤਜਾਜ ਰਿਕਾਰਡ ਕਰਾਉਣਾ ਚਾਹੀਦਾ ਕਿ ਬਜਾਏ ਆਪਣੇ ਮੁਲਕ 'ਚੋਂ। ਤਹਿਰ ਅਲ ਕਾਦਰੀ ਸਾਹਿਬ ਬਜ਼ਾਤੇ ਖੁਦ ਇਸ ਚੀਜ਼ ਦਾ ਸ਼ਾਇਦ ਆਸਫ ਸਾਹਿਬ ਜਾਣਦੇ ਨੇ। ਤਹਿਰ ਅਲ ਕਾਦਰੀ ਸਾਹਿਬ ਨੇ ਫਰਮਾਇਆ ਸੀ ਕਿ ਗੁਸਤਾਖੀ ਦਾ ਜਿਹੜਾ ਹੈ ਕੇਸ ਮੈਂ ਇੰਟਰਨੈਸ਼ਨਲ ਲੈਵਲ ਤੇ ਫਰੀ ਖਾਤੇ ਲੜਦਾ ਅਗਰ ਗੌਰਮੈਂਟ ਪਾਕਿਸਤਾਨ ਮੈਨੂੰ ਇਜਾਜ਼ਤ ਦੇਵੇ। ਤੇ ਆਸਫ ਸਾਹਿਬ ਹੈ ਗੱਲ ਇਸ ਤਰ੍ਹਾਂ? ਬਿਲਕੁਲ, ਉਹਨਾਂ ਇਹ ਗੱਲ ਕਹੀ ਸੀ ਕਿ ਇਹਦਾ ਤਰੀਕਾਕਾਰ ਇਹ ਵੀ ਕਿ ਜਿਸ ਮੁਲਕ 'ਚ ਗੁਸਤਾਖੀ ਹੋਈ ਹੈ ਨਾ, ਉਹਨਾਂ ਦੀ ਜਿਹੜੀ ਸੁਪਰੀਮ ਕੋਰਟ ਹੈ ਨਾ, ਉੱਥੇ ਅਪੀਲ ਦਾਇਰ ਕਰਾਈ ਜਾਏ ਗੌਰਮੈਂਟੀ ਲੈਵਲ ਤੇ, ਜਿਹੜੀ ਸਾਡੀ ਵਜ਼ਾਰਤ ਖਾਰਜ ਹੈ, ਠੀਕ ਹੈ। ਉੱਥੇ ਮੈਨੂੰ ਬਤੌਰੇ ਵਕੀਲ ਹਾਇਰ ਕਰਨ, ਤੇ ਮੈਂ ਜ਼ਾਹਰੀ ਗੱਲ ਜਿਹੜੀ ਵੀ ਕੌਮ ਰਹਿੰਦੀ ਉਹ ਕਿਸੇ ਨਾ ਕਿਸੇ ਮਜ਼ਹਬ ਨੂੰ ਮੰਨਦੀ ਹੈ, ਕ੍ਰਿਸਚੈਨਿਟੀ ਨੂੰ ਮੰਨਦੀ ਹੈ ਜਾਂ ਯਹੂਦੀ ਨੇ, ਠੀਕ ਹੈ। ਮੈਂ ਉਹਨਾਂ ਦੇ ਮਜ਼ਹਬ ਦੇ ਮੁਤਾਬਕ ਉਹਨਾਂ ਨੂੰ ਦਲਾਇਲ ਦੇ ਕੇ ਸਾਬਤ ਕਰਾਂਗਾ ਕਿ ਇਹ ਫਰੀਡਮ ਦੇ ਨਾਂ ਤੇ ਵੀ ਇਹ ਇਜਾਜ਼ਤਨਾਮਾ ਤੁਹਾਨੂੰ ਨਹੀਂ, ਤੇ ਇਸ ਵਾਸਤੇ ਹਮੇਸ਼ਾ ਦੇ ਤੌਰ ਤੇ ਫਿਰ ਇਹ ਜਿਹੜਾ ਨਜ਼ਰੀਆ ਦਫਨ ਹੋ ਜਾਏਗਾ। ਇਹ ਇਹਦਾ ਉਹਨੇ ਕਿਹਾ ਕਿ ਬੈਸਟ ਆਪਸ਼ਨ ਇhtਜਾਜ ਕਰਨਾ ਜਾਂ ਸਫੀਰ ਕੱਢਣ ਦਾ, ਨਾ ਤੇ ਗੁਸਤਾਖੀ ਵਾਪਸ ਹੋਣੀ ਸੀ ਤੇ ਨਾ ਉਹਦਾ ਕੋਈ ਪ੍ਰਾਪਰ ਸੋਲੂਸ਼ਨ ਮਿਲਣਾ। ਹੁਣ ਫੁਰਕਾਨ ਭਾਈ ਨੇ ਸਲਾਮ ਦੁਆ ਲੈਂਦੇ ਪਹਿਲਾਂ। अस्सलाम वालेकुम फुरकान। अस्सलाम वालेकुम। वालेकुम सलाम। क्या हाल है? ठीक है सारे भाई। जी शुक्र है अल्लाह दा। फुरकान भाई तुसी सुनाओ भाभी।